ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਸਿੱਧੇ ਸਵਾਲ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਅੱਜ ਜਦੋਂ ਅਸੀਂ ਦੇਸ਼ ਦੇ ਵਿੱਚ ਲੋਕਤੰਤਰ ਦੀ ਗੱਲ ਕਰਦੇ ਹਾਂ, ਲੋਕਾਂ ਦੇ ਜਮਹੂਰੀ ਹੱਕਾਂ ਦੀ ਗੱਲ ਕਰਦੇ ਹਾਂ, ਈਵੀਐਮ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿਚਾਲੇ ਬੈਲਟ ਪੇਪਰ ਦੀ ਮੰਗ ਇੱਕ ਵਾਰ ਫਿਰ ਤੋਂ ਉੱਠਣ ਲੱਗੀ ਹੈ। ਕਿਉਂਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਕਸਰ ਇਹ ਗੱਲ ਹੁੰਦੀ ਹੈ ਕਿ ਸਿਆਸੀ ਪਾਰਟੀਆਂ ਇਲਜ਼ਾਮ ਤਰਾਸ਼ੀ ਕਰਦੀਆਂ ਇੱਕ ਦੂਜੇ ਵੱਲ। ਪਰ ਆਖਿਰਕਾਰ ਬੈਲਟ ਪੇਪਰ ਨੂੰ ਲੈ ਕੇ ਮੰਗ ਉਸ ਤਰੀਕੇ ਨਾਲ ਕਿਉਂ ਨਹੀਂ ਕੀਤੀ ਜਾਂਦੀ? ਨਾਲੋਂ ਨਾਲ ਇੱਕ ਹੋਰ ਖਬਰ ਤੇ ਚਰਚਾ ਵੀ ਕਰਾਂਗੇ। ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ ਲੋਕਰਾਜ ਚੈਨਲ ਪੰਜਾਬੀ ਤੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਜੀ ਸ਼ੁਕਰੀਆ ਡਾਕਟਰ ਸਾਹਿਬ। ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਨਵਜੋਤ ਸਿੰਘ ਸਿੱਧੂ ਹੋਣੀ ਵੀ ਫੇਰ ਇੱਕ ਵਾਰ ਉਹਨਾਂ ਨੇ ਮੰਗ ਕੀਤੀ ਹੈ ਕਿ ਬੈਲਟ ਪੇਪਰ ਨਾਲ ਚੋਣਾਂ ਹੋਣੀਆਂ ਚਾਹੀਦੀਆਂ। ਕੈਪਟਨ ਸਾਹਿਬ ਵੀ ਪਹਿਲਾਂ ਪਿੱਛੇ ਜੇ ਉਹਨਾਂ ਦਾ ਵੀ ਬਿਆਨ ਆਇਆ ਸੀ, ਉਹ ਵੀ ਕਹਿੰਦੇ ਸੀ ਕਿ ਬੈਲਟ ਪੇਪਰ ਨਾਲ ਚੋਣਾਂ ਹੋਣੀਆਂ ਚਾਹੀਦੀਆਂ। ਪਰ ਕੀ ਇਹ ਸਿਰਫ ਸਿਆਸੀ ਬਿਆਨਬਾਜ਼ੀ ਹੈ? ਇਹ ਚਾਹੁੰਦੇ ਕਿਉਂ ਨਹੀਂ? ਜੇ ਚਾਹੁੰਦੇ ਨੇ ਦਿਲੀ ਤੌਰ ਤੇ, ਜੇ ਮੰਨ ਲਈਏ ਕਿ ਖੁੱਲੇ ਤੌਰ ਤੇ ਚਾਹੁੰਦੇ ਨੇ ਕਿ ਹੋਣੀਆਂ ਚਾਹੀਦੀਆਂ ਸਾਰੀਆਂ ਸਿਆਸੀ ਪਾਰਟੀਆਂ, ਫਿਰ ਇਹ ਮੋਰਚਾ ਕਿਉਂ ਨਹੀਂ ਇਹੋ ਜਿਹਾ ਕੋਈ ਖੋਲਦੇ ਜਿਹਦੇ ਨਾਲ ਕਲੀਅਰ ਹੋ ਜੇ ਕਿ ਆਖਿਰਕਾਰ ਇਹਨਾਂ ਦੀ ਨੀਅਤ ਤੇ ਨੀਤੀ 'ਚ ਫਰਕ ਕੀ ਹੈ? ਸੁਖਵਿੰਦਰ ਜੀ, ਜਦੋਂ ਅਸੀਂ ਬੈਲਟ ਪੇਪਰ ਔਰ ਈਵੀਐਮ ਦੀ ਹਿਸਟਰੀ ਦੇਖਦੇ ਹਾਂ, ਇਤਿਹਾਸ ਦੇਖਦੇ ਹਾਂ, ਥੋੜਾ ਜਿਹਾ ਪਿੱਛੇ ਜਾਂਦੇ ਹਾਂ, ਮਤਲਬ ਤਾਂ ਜਦੋਂ ਤਾਂ ਸੈਂਟਰ ਦੇ ਵਿੱਚ ਕਾਂਗਰਸ ਦੀ ਸੱਤਾ ਸੀਗੀ, ਕਾਂਗਰਸ ਜਿੱਤ ਰਹੀ ਸੀਗੀ, ਉਦੋਂ ਬੀਜੇਪੀ ਔਰ ਉਹਨਾਂ ਦੇ ਜਿਹੜੇ ਸਬੰਧ ਰੱਖਣ ਵਾਲੀਆਂ ਜਿਹੜੀਆਂ ਪਾਰਟੀਆਂ ਨੇ, ਉਹ ਲਗਾਤਾਰ ਰੌਲਾ ਪਾਉਂਦੀਆਂ ਸੀ ਕਿ ਈਵੀਐਮ ਨਹੀਂ ਹੋਣੀ ਚਾਹੀਦੀ, ਬੈਲਟ ਪੇਪਰ ਹੋਣਾ ਚਾਹੀਦਾ ਹੈ। ਔਰ ਜਦੋਂ ਦੁਬਾਰਾ ਫੇਰ ਬੀਜੇਪੀ ਸੱਤਾ 'ਚ ਆਈ ਔਰ ਫਿਰ ਕਾਂਗਰਸ ਉਹਨਾਂ ਦੇ ਨਾਲ ਲੱਗੀ, ਬਿਲਕੁਲ ਉਹਨੂੰ ਕਹਿਣ ਲੱਗੀ ਕਿ ਹੁਣ ਜਿਵੇਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਕਾਂਗਰਸ ਕਹਿ ਰਹੀ ਹੈ। ਔਰ ਖਾਸ ਤੌਰ ਤੇ ਜੇ ਆਪਾਂ ਦੇਖੀਏ ਕਿ ਪੰਜਾਬ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਚਾਹੇ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਕੈਪਟਨ ਸਾਹਿਬ ਹੋਣ, ਹੁਣ ਇਹ ਕਹਿੰਦੇ ਨੇ ਕਿ ਬੈਲਟ ਪੇਪਰ ਨਾਲ ਹੋਣ। ਪਰ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਪਿੱਛੇ ਇੱਕ ਨੀਤੀ ਜਿਹੜੀ ਹੁੰਦੀ ਹੈ ਉਹ ਹੋਣੀ ਚਾਹੀਦੀ ਹੈ, ਕਿਉਂਕਿ ਆਪਾਂ ਸਾਰਾ ਮੰਨਦੇ ਹਾਂ ਇਸ ਗੱਲ ਨੂੰ ਕਿ ਸਾਡਾ ਜਿਹੜਾ ਭਾਰਤੀ ਲੋਕਤੰਤਰ ਹੈ, ਇਹ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ। ਔਰ ਹੁਣ ਤੱਕ ਜੇ ਆਪਾਂ ਦੇਖੀਏ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ, ਜੇ ਆਪਾਂ ਬੈਲਟ ਪੇਪਰ ਤੋਂ ਲੈ ਕੇ ਈਵੀਐਮ ਤੱਕ ਦਾ ਜਿਹੜਾ ਹਿਸਟਰੀ ਦੇਖਦੇ ਹਾਂ, ਉਹਦੇ ਵਿੱਚ ਲਗਾਤਾਰ ਪਿਛਲੇ ਜਿਹੜੇ ਸਾਲ ਰਹੇ ਨੇ, ਉਹਦੇ 'ਚ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਨੇ, ਚਾਹੇ ਉਹ ਜਵਾਹਰ ਲਾਲ ਨਹਿਰੂ ਤੱਕ ਔਰ ਇੰਦਰਾ ਗਾਂਧੀ ਜੀ ਤੱਕ। ਉਸ ਤੋਂ ਬਾਅਦ ਵੀ ਲਗਾਤਾਰ ਤੁਸੀਂ ਦੇਖੋਗੇ ਕਿ ਕਈ ਕਈ ਸਾਲ, ਕਈ ਕਈ ਵਾਰੀ ਜਿਹੜੀਆਂ ਨੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਸੀ, ਰਾਜ ਸਭਾ ਦੀਆਂ ਚੋਣਾਂ ਹੁੰਦੀਆਂ ਸੀਗੀਆਂ, ਜਾਂ ਇੱਥੋਂ ਤੱਕ ਕਿ ਜਿਹੜੀਆਂ ਵਿਧਾਨ ਸਭਾ ਦੀਆਂ ਜਿਹੜੀਆਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ, ਉਹ ਸਾਰੀਆਂ ਕੁੱਲ ਮਿਲਾ ਕੇ ਕਿਸੇ ਵੇਲੇ ਬੈਲਟ ਪੇਪਰ ਨਾਲ ਬਹੁਤ ਵਧੀਆ ਸਿਰੇ ਚੜ੍ਹਦੀਆਂ ਸੀਗੀਆਂ ਔਰ ਕਿਸੇ ਨੂੰ ਕੋਈ ਸ਼ੱਕ ਵੀ ਨਹੀਂ ਸੀ ਹੁੰਦਾ। ਔਰ ਜਦੋਂ ਤੋਂ ਈਵੀਐਮ ਆਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖੋਗੇ ਕਿ ਹਰ ਵਾਰੀ ਇਹ ਇੱਕ ਮਤਲਬ ਪਰੰਪਰਾ ਹੀ ਬਣ ਗਈ ਕਿ ਜਿਹੜੀ ਵੀ ਪਾਰਟੀ ਸੱਤਾ 'ਚ ਆਉਂਦੀ ਹੈ, ਉਹਦੇ ਖਿਲਾਫ ਜਿਹੜੀਆਂ ਦੂਜੀਆਂ ਪਾਰਟੀਆਂ ਨੇ, ਉਹ ਸਭ ਤੋਂ ਪਹਿਲਾਂ ਇਹੀ ਦੋਸ਼ ਲਾਉਂਦੀਆਂ ਨੇ ਕਿ ਇਹ ਈਵੀਐਮ ਦੀ ਸਾਰੀ ਜਿਹੜੀ ਹੈਗੀ ਹੈ ਖੇਡ ਹੈਗੀ ਹੈ। ਸੋ ਦੂਜੇ ਪਾਸੇ ਜਦੋਂ ਜਿਹੜੀ ਵੀ ਪਾਰਟੀ ਸੱਤਾ 'ਚ ਆ ਜਾਂਦੀ ਹੈ, ਉਹ ਇਹ ਕਹਿਣ ਲੱਗ ਜਾਂਦੇ ਕਿ ਨਹੀਂ ਜੀ, ਇਹਦੇ 'ਚ ਕੋਈ ਹੇਰਾਫੇਰੀ ਨਹੀਂ ਹੋਈ। ਸੋ ਤੁਸੀਂ ਇਹ ਵੀ ਦੇਖਿਆ ਹੋਏਗਾ ਕਿ ਜਦੋਂ ਦਿੱਲੀ ਵਿਧਾਨ ਸਭਾ ਦੇ ਵਿੱਚ ਜਾਂ ਦਿੱਲੀ ਲੋਕ ਸਭਾ ਦੇ ਵਿੱਚ ਆਪਾਂ ਨੇ ਦੇਖਿਆ ਕਿ ਜਦੋਂ ਸਾਰੀਆਂ ਚੀਜ਼ਾਂ ਵਾਪਰੀਆਂ ਸੀਗੀਆਂ ਔਰ ਦਿੱਲੀ ਦੀ ਵਿਧਾਨ ਸਭਾ ਦੇ ਇੱਕ ਐਮਐਲਏ ਸਾਹਿਬਾਨ ਨੇ ਇਹ ਚੀਜ਼ਾਂ ਸਾਰਿਆਂ ਦੇ ਸਾਹਮਣੇ ਹਾਈਜੈਕ ਕਿਵੇਂ ਹੁੰਦੀਆਂ ਨੇ, ਇਹਨੂੰ ਕਿਵੇਂ ਤੁਸੀਂ ਸਾਰੇ ਨੂੰ ਕੰਟਰੋਲ ਕਰ ਸਕਦੇ ਹੋ, ਉਹ ਸਾਰਾ ਉਹਨਾਂ ਨੇ ਪ੍ਰੋਪਰ ਕਰਕੇ ਦਿਖਾਇਆ ਸੀਗਾ। ਸੋ ਉੱਥੋਂ ਵੀ ਜਿਹੜੇ ਸੀ ਸ਼ੱਕ ਪੈਂਦੇ ਨਜ਼ਰ ਆਉਂਦੇ ਨੇ। ਔਰ ਇਸ ਵਾਰੀ ਵੀ ਆਪਾਂ ਨੂੰ ਪਤਾ ਹੈ ਕਿ ਈਵੀਐਮ, ਤੁਸੀਂ ਦੇਖਿਆ ਹੋਵੇਗਾ ਕਿ ਬੰਗਾਲ ਦੇ ਅਲੱਗ-ਅਲੱਗ ਜਿਹੜੇ ਵੱਖਰੇ ਵੱਖਰੇ ਲੀਡਰ ਸਾਹਿਬਾਨ ਦੀਆਂ ਗੱਡੀਆਂ 'ਚੋਂ ਈਵੀਐਮ ਪ੍ਰਾਪਤ ਹੋਈਆਂ ਨੇ ਔਰ ਈਵੀਐਮ ਦੇ ਵਿੱਚ ਘਪਲੇਬਾਜ਼ੀ ਜਿਹੜੀ ਹੈਗੀ ਹਰ ਵਾਰੀ ਜਿਹੜੀ ਸਾਹਮਣੇ ਆਉਂਦੀ ਹੈ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਯੂਰਪੀਅਨ ਕੰਟਰੀ ਨੇ, ਜਿੱਥੇ ਕਿਸੇ ਵੇਲੇ ਟੈਕਨੋਲੋਜੀ ਦਾ ਜਿਹਨਾਂ ਨੂੰ ਗੜ੍ਹ ਮੰਨਿਆ ਜਾਂਦਾ ਹੈ, ਬਹੁਤ ਵੱਡੀ ਟੈਕਨੋਲੋਜੀ ਦੇ ਉਹਨਾਂ ਦੀ ਪਕੜ ਹੈ, ਉੱਥੇ ਵੀ ਉਹ ਜਿਹੜੀਆਂ ਨੇ ਬੈਲਟ ਪੇਪਰ ਦੇ ਰਾਹੀਂ ਹੋਣੀਆਂ ਸ਼ੁਰੂ ਹੋਈਆਂ ਨੇ ਔਰ ਚੱਲ ਰਹੀਆਂ ਨੇ, ਬੜੇ ਲੰਬੇ ਸਮੇਂ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਹੀਆਂ ਨੇ। ਪਰ ਕਿਉਂਕਿ ਇੰਡੀਅਨ ਜਿਹੜੀ ਡੈਮੋਕ੍ਰੇਸੀ ਹੈ, ਭਾਰਤੀ ਲੋਕਤੰਤਰ ਹੈ, ਇਹ ਕਹਿੰਦੇ ਨੇ ਕਿ ਇਹ ਬਹੁਤ ਵੱਡਾ ਲੋਕਤੰਤਰ ਹੈ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਇਸ ਕਰਕੇ ਇਹਦੇ ਵਿੱਚ ਟੈਕਨੋਲੋਜੀ ਦਾ ਹੋਣਾ ਬੜਾ ਜ਼ਰੂਰੀ ਹੈ। ਪਰ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਟੈਕਨੋਲੋਜੀ ਨੂੰ ਤੁਸੀਂ ਕਿਵੇਂ ਵਰਤਦੇ ਹੋ, ਕਿਹੜੇ ਹੱਕ 'ਚ ਵਰਤਦੇ ਹੋ, ਕਿਹਨਾਂ ਦੇ ਵਿਰੋਧ 'ਚ ਵਰਤਦੇ ਹੋ। ਜੇ ਏਡੇ ਵੱਡੇ ਸਵਾਲ ਉੱਠ ਰਹੇ ਨੇ ਤਾਂ ਲਾਜ਼ਮੀ ਤੌਰ ਤੇ ਜੇ ਸਾਰੀਆਂ ਪਾਰਟੀਆਂ
ਏਕਾ ਕਰਕੇ ਇਹਦੇ ਲਈ ਇੱਕ ਮਤਾ ਪਾਸ ਕਰਨ ਔਰ ਇੱਕ ਸੰਘਰਸ਼ ਕਰਨ ਕਿ ਭਾਈ ਹੁਣ ਜਿਹੜੀਆਂ ਅੱਗੇ ਤੋਂ ਬੈਲਟ ਪੇਪਰ 'ਚ ਹੋਣਾ ਚਾਹੀਦੀਆਂ ਨੇ ਚੋਣਾਂ, ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਦਾ ਹੱਲ ਸੰਭਵ ਹੋ ਸਕਦਾ ਹੈ। ਸੋ ਇਸ ਕਰਕੇ ਜਿੰਨੀ ਦੇਰ ਈਵੀਐਮ ਰਹੇਗੀ ਉਨੀ ਦੇਰ ਘਪਲੇਬਾਜ਼ੀ ਦਾ ਜਿਹੜਾ ਸ਼ੰਕਾ ਹੈ ਦੋਨਾਂ ਧਿਰਾਂ ਨੂੰ, ਮੈਂ ਨਹੀਂ ਕਹਿੰਦਾ ਚਾਹੇ ਹਾਰਨ ਵਾਲੀ ਧਿਰ ਹੈ ਚਾਹੇ ਜਿੱਤਣ ਵਾਲੀ ਧਿਰ ਹੈ, ਦੋਨਾਂ ਧਿਰਾਂ ਨੂੰ ਜਿੰਨੀ ਦੇਰ ਰਿਜ਼ਲਟ ਨਹੀਂ ਆਉਂਦੇ ਉਨੀ ਦੇਰ ਸ਼ੰਕੇ ਈਵੀਐਮ ਤੇ ਰਹਿੰਦੇ ਨੇ। ਸੋ ਇਸ ਕਰਕੇ ਇਹਦੇ ਲਈ ਇੱਕ ਪਾਲਿਸੀ ਹੋਣੀ ਚਾਹੀਦੀ ਹੈ, ਇੱਕ ਨੀਤੀ ਹੋਣੀ ਚਾਹੀਦੀ ਹੈ। ਜੇ ਸਾਰੀਆਂ ਪਾਰਟੀਆਂ ਮਿਲ ਕੇ, ਜੇ ਉਹਨਾਂ ਨੂੰ ਲੱਗਦਾ ਹੈ ਕਿ ਇਦਾਂ ਜਿਹੜੀ ਹੈਗੀ ਹੈ ਘਪਲੇਬਾਜ਼ੀ ਦੀਆਂ ਸੰਭਾਵਨਾਵਾਂ ਹੈਗੀਆਂ ਨੇ, ਤਾਂ ਲਾਜ਼ਮੀ ਤੌਰ ਤੇ ਚੇਂਜ ਕੀਤੀ ਜਾ ਸਕਦੀ ਹੈ। ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ। ਜੇ ਯੂਰਪ ਦੇ ਵਿੱਚ ਚੇਂਜ ਹੋ ਸਕਦੀ ਹੈ, ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਇਹ ਬਦਲਾਅ ਆ ਸਕਦਾ ਹੈ, ਤਾਂ ਭਾਰਤ ਵਰਗੇ ਮੁਲਕਾਂ 'ਚ ਕਿਉਂ ਨਹੀਂ ਆ ਸਕਦਾ? ਸੋ ਮੈਨੂੰ ਇਹ ਲੱਗਦਾ ਹੈ ਕਿ ਜੇ ਵੱਖ-ਵੱਖ ਪਾਰਟੀਆਂ ਦੀ ਨੀਤੀ ਤੇ ਨੀਤ ਸਾਫ਼ ਹੈ, ਤਾਂ ਲਾਜ਼ਮੀ ਤੌਰ ਤੇ ਇਸ ਪੂਰੇ ਹਿੰਦੁਸਤਾਨ ਦੇ ਲੈਵਲ ਤੇ ਇਹ ਇੱਕ ਪਾਲਿਸੀ ਨਿਰਧਾਰਿਤ ਹੋਣੀ ਚਾਹੀਦੀ ਹੈ ਔਰ ਈਵੀਐਮ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ, ਤਾਂ ਕਿ ਇਹ ਸ਼ੰਕਾ ਜਿਹੜਾ ਹੈਗਾ ਇੱਕ ਕਿਸੇ ਵੇਲੇ ਦੂਜੀਆਂ ਪਾਰਟੀਆਂ ਨੂੰ ਜਿਹੜੀਆਂ ਇੱਕ ਦੂਜੇ ਤੇ ਦੋਸ਼ ਲਾਉਂਦੀਆਂ ਨੇ, ਉਹ ਸ਼ਾਇਦ ਉਹਦਾ ਹੱਲ ਹੋ ਸਕਦਾ ਹੈ। ਸੁਖਵਿੰਦਰ ਜੀ, ਪਰ ਜ਼ਿਆਦਾਤਰ ਡਾਕਟਰ ਸਾਹਿਬ ਇਹ ਧਿਆਨ ਵਿੱਚ ਦੇਖਣ ਨੂੰ ਆਉਂਦਾ ਨਾ ਕਿ ਜਦੋਂ ਤਾਂ ਕੋਈ ਵਿਰੋਧੀ ਪਾਰਟੀ ਦੇ ਵਿੱਚੋਂ ਜਿੱਤਦਾ ਹੈ ਉਦੋਂ ਤਾਂ ਈਵੀਐਮ ਦੀ ਗੱਲ ਨਹੀਂ ਹੁੰਦੀ, ਪਰ ਜਦੋਂ ਹਾਰ ਹੁੰਦੀ ਹੈ ਉਦੋਂ ਹੀ ਇਹ ਸਵਾਲ ਉੱਠਦਾ, ਕਿਉਂਕਿ ਨੰਦੀਗ੍ਰਾਮ ਸੀਟ ਤੋਂ ਜਿਹੜੀ ਮਮਤਾ ਬੈਨਰਜੀ ਦੀ ਹਾਰ ਹੋਈ ਹੈ ਤਾਂ ਸਾਰੇ ਪਾਸੇ ਨਵਜੋਤ ਸਿੱਧੂ ਦਾ ਟਵੀਟ ਵੀ ਇਸੇ ਸੰਦਰਭ ਦੇ ਵਿੱਚ ਆਇਆ ਕਿ ਬੈਲਟ ਪੇਪਰ ਦੇ ਨਾਲ ਚੋਣਾਂ ਹੋਣੀਆਂ ਚਾਹੀਦੀਆਂ ਨੇ। ਪਰ ਕੀ ਪਹਿਲਾਂ, ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕਿਆ, ਕਿ ਪਹਿਲਾਂ ਤੋਂ ਕਿਉਂ ਨਹੀਂ ਇਸ ਚੀਜ਼ ਨੂੰ ਲੈ ਕੇ ਕਿਤੇ ਚੈਲੰਜ ਕਿਉਂ ਨਹੀਂ ਕੀਤਾ ਜਾਂਦਾ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਕੋਈ ਇਹੋ ਜਿਹੀ ਗੱਲ ਰੱਖਣ ਕਿ ਭਾਈ ਇੱਥੇ ਦੇਸ਼ ਦੇ ਵਿੱਚ ਜੇ ਤੁਸੀਂ ਲੋਕਤੰਤਰ ਨੂੰ ਮਜ਼ਬੂਤ ਰੱਖਣਾ ਹੈ, ਜੇ ਤੁਸੀਂ ਜਮਹੂਰੀਅਤ ਦੀ ਗੱਲ ਕਰਨੀ ਹੈ, ਤਾਂ ਤੁਸੀਂ ਬੈਲਟ ਪੇਪਰ ਦੀ ਵਕਾਲਤ ਕਿਉਂ ਨਹੀਂ ਕਰਦੇ? ਕਿਉਂ ਬੈਲਟ ਪੇਪਰ ਦੇ ਨਾਮ ਦੇ ਉੱਤੇ ਸਿਆਸੀ ਪਾਰਟੀਆਂ ਇੱਕ ਸਿਰਫ ਬਿਆਨ ਦਾਗਣ ਤੱਕ ਸੀਮਤ ਰਹਿ ਜਾਂਦੀਆਂ ਨੇ? ਉਹੀ ਮੈਂ ਕਹਿ ਰਿਹਾ ਕਿ ਜਿਹੜੀਆਂ ਹਾਰੀਆਂ ਹੋਈਆਂ ਧਿਰਾਂ ਹੁੰਦੀਆਂ ਨੇ, ਮੰਨ ਲਓ ਹੁਣ ਕਿਉਂਕਿ ਨੰਦੀਗ੍ਰਾਮ ਤੋਂ ਜਿਹੜੀ ਇੱਕ ਪਾਰਟੀ ਹਾਰਦੀ ਹੈ ਔਰ ਇੱਕ ਪਾਰਟੀ ਜਿੱਤਦੀ ਹੈ, ਕਿਉਂਕਿ ਇੱਕ ਇੱਕ ਤਾਂ ਨਿਬੇੜਾ ਤਾਂ ਹੋਣਾ ਹੀ ਹੋਣਾ ਹੈ। ਔਰ ਜਿਹੜੀ ਵੀ ਪਾਰਟੀ ਹਾਰਦੀ ਆ ਜਾਂ ਜਿਹੜਾ ਵੀ ਨੇਤਾ ਹਾਰਦਾ ਹੈ, ਜਿਵੇਂ ਆਪਾਂ ਨੂੰ ਪਤਾ ਹੈ ਕਿ ਮਮਤਾ ਜੀ ਬਹੁਤ ਥੋੜੇ ਮਾਰਜਨ ਤੇ ਹਾਰੇ ਔਰ ਬਹੁਤ ਕਈ ਵਾਰੀ ਤਾਂ ਇਹ ਵੀ ਹੋਇਆ ਕਿ ਮਮਤਾ ਜੀ ਨੂੰ ਜੇਤੂ ਘੋਸ਼ਿਤ ਵੀ ਕੀਤਾ ਗਿਆ ਲਗਾਤਾਰ। ਤੁਸੀਂ ਟੀਵੀ ਚੈਨਲ ਉਸ ਦਿਨ ਸੁਣੇ ਹੋਣਗੇ ਔਰ ਟੀਵੀ ਚੈਨਲ ਤੋਂ ਇੱਕ ਵਾਰੀ ਤਾਂ ਇਹ ਵੀ ਆ ਗਿਆ ਸੀ ਕਿ 1200 ਵੋਟਾਂ ਦੇ ਉੱਤੇ ਮਮਤਾ ਜੀ ਜਿੱਤ ਚੁੱਕੇ ਨੇ। ਔਰ ਉਸ ਤੋਂ ਬਾਅਦ ਫੇਰ ਇਹੀ ਆ ਗਿਆ ਕਿ ਇਹੋ ਜਿਹੀ ਵੋਟਿੰਗ ਚੱਲ ਰਹੀ ਹੈ ਔਰ ਹੌਲੀ ਹੌਲੀ ਹੈਗੀ ਹੈ ਦੂਜੀ ਧਿਰ ਜਿਹੜੀ ਹੈਗੀ ਹੈ ਉਹਨਾਂ ਨੂੰ ਬੀਜੇਪੀ ਵਾਲੇ ਕੈਂਡੀਡੇਟ ਨੂੰ ਜਿਤਾਤਾ ਉਹਨਾਂ ਨੇ। ਸੋ ਇਸ ਕਰਕੇ ਇਦਾਂ ਦੇ ਸ਼ੰਕੇ ਪਹਿਲਾਂ ਵੀ ਉੱਠਦੇ ਰਹੇ ਨੇ ਔਰ ਇਹਨਾਂ ਚੋਣਾਂ ਦੇ ਵਿੱਚ ਵੀ ਉੱਠੇ ਨੇ। ਔਰ ਜਿਹੜੀਆਂ ਵੀ, ਚਾਹੇ ਉਹ ਸਟੇਟ ਦੀਆਂ ਚੋਣਾਂ ਹੋਣ, ਵਿਧਾਨ ਸਭਾ ਦੀਆਂ ਚੋਣਾਂ ਹੋਣ, ਚਾਹੇ ਕੋਈ ਵੀ ਚੋਣਾਂ ਹੋਣ, ਮੈਂ ਕਹਿਣਾ, ਔਰ ਉਹਦੇ ਵਿੱਚ ਇਹ ਚੀਜ਼ਾਂ ਦੇ ਜਿਹੜੇ ਨੇ ਉੱਠਣੇ ਸਵਾਲ ਇਹ ਕੁਦਰਤੀ ਨੇ, ਕਿਉਂਕਿ ਇਹ ਇੱਕ ਐਸੀ ਜਿਹੜੀ ਮਸ਼ੀਨ ਹੈ, ਜਦੋਂ ਇੱਕ ਵਾਰੀ ਸ਼ੱਕ ਪੈ ਜੇ ਨਾ, ਜਦੋਂ ਆਪਾਂ ਨੂੰ ਪਤਾ ਹੈ ਕਿ ਕਿਸੇ ਵੀ ਚੀਜ਼ ਦੇ ਉੱਤੇ ਜਦੋਂ ਸ਼ੱਕ ਖੜਾ ਹੋ ਜਾਂਦਾ ਹੈ ਇੱਕ ਵਾਰੀ, ਤਾਂ ਉਹ ਚੀਜ਼ ਲਗਾਤਾਰ ਚੱਲਦੀ ਰਹਿੰਦੀ ਹੈ। ਸੋ ਇਸ ਕਰਕੇ ਇਹ ਜੇ ਇੱਕ ਵਾਰੀ ਸ਼ੱਕ ਪੈਦਾ ਹੋ ਚੁੱਕਿਆ ਤਾਂ ਇਹਦੇ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ। ਲੋਕਾਂ ਨੂੰ ਵੀ ਵਿਸ਼ਵਾਸ ਨਹੀਂ ਹੁੰਦਾ। ਸੁਖਵਿੰਦਰ ਜੀ, ਜਦੋਂ ਬੰਗਾਲ ਦੀਆਂ ਪਹਿਲੇ ਗੇੜ ਦੀਆਂ ਚੋਣਾਂ ਹੋ ਰਹੀਆਂ ਸੀਗੀਆਂ, ਤੁਹਾਨੂੰ ਵੀ ਪਤਾ ਹੈ ਕਿ ਪਹਿਲੇ ਗੇੜ ਦੀਆਂ ਚੋਣਾਂ ਤੋਂ ਇਮੀਡੀਏਟਲੀ ਬਾਅਦ ਅਮਿਤ ਸ਼ਾਹ ਨੇ ਬਿਆਨ ਦਿੱਤਾ ਕਿ ਅਸੀਂ 200 ਤੋਂ ਵੱਧ ਸੀਟਾਂ ਤੇ ਜਿੱਤਾਂਗੇ। ਤੁਹਾਨੂੰ ਯਾਦ ਹੋਏਗਾ। ਤਾਂ ਇੱਥੋਂ ਹੀ ਲੋਕਾਂ ਨੂੰ ਸ਼ੱਕ ਪੈਣਾ ਸ਼ੁਰੂ ਹੋ ਗਿਆ ਸੀਗਾ ਕਿ ਬੰਗਾਲ ਦੇ ਵਿੱਚ ਲਾਜ਼ਮੀ ਤੌਰ ਤੇ ਜਿਹੜੀ ਬੀਜੇਪੀ ਹੈ ਉਹ ਈਵੀਐਮ ਦੇ ਵਿੱਚ ਘਪਲਾ ਕਰੇਗੀ। ਸੋ ਉਹ ਸ਼ੱਕ ਜਿਹੜਾ ਸੀਗਾ ਲੋਕਾਂ ਦਾ ਹੌਲੀ ਹੌਲੀ ਵੱਧਦਾ ਗਿਆ। ਜਿਉਂ-ਜਿਉਂ ਬੀਜੇਪੀ ਦੇ ਬਿਆਨ ਆਉਂਦੇ ਗਏ, ਤਿਉਂ-ਤਿਉਂ ਲੋਕਾਂ ਨੂੰ ਦਾ ਇਹੀ ਸ਼ੱਕ ਸੀਗਾ ਕਿ ਸ਼ਾਇਦ ਜਿਹੜੇ ਇਹ ਬਾਰ-ਬਾਰ ਇਹ ਗੱਲ ਕਹਿ ਰਹੇ ਨੇ ਕਿ 200 ਤੋਂ ਉੱਤੇ ਅਸੀਂ ਸੀਟਾਂ ਲੈ ਜਾਾਂਗੇ, ਤਾਂ ਮੈਨੂੰ ਲੱਗਦਾ ਸੀਗਾ ਕਿ ਸ਼ਾਇਦ ਇਹਦੇ ਵਿੱਚ ਬੀਜੇਪੀ ਨੇ ਘਪਲਾ ਕਰਨਾ ਹੀ ਕਰਨਾ। ਸੋ ਹੋਇਆ ਨਹੀਂ, ਪਰ ਕਿਤੇ ਨਾ ਕਿਤੇ ਬਚਤ ਰਹਿ ਗਈ। ਪ੍ਰਮਾਤਮਾ ਦਾ ਆਪਾਂ ਸ਼ੁਕਰ ਕਰਦੇ ਹਾਂ। ਜੇ ਬੀਜੇਪੀ ਨੇ ਇਹ ਘਪਲਾ ਕੀਤਾ ਹੁੰਦਾ ਤਾਂ ਅੱਜ ਜਿਹੜਾ ਹੈਗਾ ਹਿੰਦੁਸਤਾਨ ਦਾ ਇਤਿਹਾਸ ਜਿਹੜਾ ਸੀਗਾ ਉਹ ਬਹੁਤ ਹੋਰ ਤਰ੍ਹਾਂ ਦਾ ਹੋਣਾ ਸੀਗਾ। ਸੋ ਇਸ ਕਰਕੇ ਇਹ ਤਾਂ ਸ਼ੁਕਰ ਮਨਾਓ ਕਿ ਉਹਨਾਂ ਦੇ ਇਦਾਂ ਦੇ ਮਨ ਦੇ ਵਿੱਚ ਨਹੀਂ ਆਈ ਔਰ ਇਸ ਤੋਂ ਬੰਗਾਲ ਬਚ ਗਿਆ। ਔਰ ਜੇ ਆਪਾਂ ਨੂੰ ਪਤਾ ਹੈ ਕਿ ਲਗਾਤਾਰ ਪਿਛਲੇ ਜਿਹੜੇ ਆਪਾਂ ਲੋਕ ਸਭਾ ਦੇ ਨਤੀਜੇ ਦੇਖਦੇ ਹਾਂ, ਜਦੋਂ ਚਾਹੇ ਉਹ ਮੋਦੀ ਦੀ ਪਹਿਲੀ ਟਰਮ ਹੋਵੇ ਚਾਹੇ ਦੂਸਰੀ ਟਰਮ ਹੋਵੇ, ਉਹਦੇ ਵਿੱਚ ਲੋਕਾਂ ਦਾ ਜਿਹੜਾ ਸ਼ੱਕ ਹੈ ਉਹ ਬਹੁਤ ਵੱਡੇ ਪੱਧਰ ਤੇ ਫੈਲਿਆ ਸੀਗਾ। ਤੁਹਾਨੂੰ ਵੀ ਯਾਦ ਹੋਏਗਾ ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਜਿਹੜੇ ਮੁਸਲਿਮ ਇਲਾਕੇ ਨੇ, ਜਿੱਥੇ ਮੁਸਲਿਮ ਵੋਟਰ ਦੀ ਬਹੁਤਾਤ ਹੈ, ਉੱਥੋਂ ਵੀ ਮੋਦੀ ਸਾਹਿਬ ਜਿਹੜੀ ਹੈਗੀ ਬੀਜੇਪੀ ਜਿੱਤ ਗਏ ਸੀਗੇ।
ਔਰ ਇਸੇ ਤਰ੍ਹਾਂ ਜਦੋਂ ਤੁਹਾਨੂੰ ਯਾਦ ਹੋਏਗਾ ਕਿ 17 ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ, ਉਦੋਂ ਇੱਕ ਵੱਡੀ ਲਹਿਰ ਸੀਗੀ ਆਮ ਆਦਮੀ ਪਾਰਟੀ ਦੀ। ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਝਾੜੂ ਦੇ ਦਾ ਬਟਨ ਦਬਾਇਆ, ਪਰ ਹੋਇਆ ਕੀ ਹੈ ਕਿ ਉੱਥੇ ਜਿਹੜੀਆਂ ਨੇ ਵੋਟਾਂ ਕਾਂਗਰਸ ਨੂੰ ਨਿਕਲ ਰਹੀਆਂ ਨੇ। ਸੋ ਇਸ ਕਰਕੇ ਸ਼ੰਕੇ ਜਿਹੜੇ ਸੀਗੇ ਲਗਾਤਾਰ ਜਿਹੜੀਆਂ ਵੱਖ-ਵੱਖ ਚੋਣਾਂ ਜਦੋਂ ਹੁੰਦੀਆਂ ਨੇ ਉਦੋਂ ਹੁੰਦੇ ਨੇ। ਔਰ ਆਪਾਂ ਨੇ ਇਹ ਵੀ ਦੇਖਿਆ ਹੈ ਕਿ ਇਕੱਲੇ ਸ਼ੰਕੇ ਨਹੀਂ ਹੁੰਦੇ, ਉਹ ਯਕੀਨ 'ਚ ਵੀ ਬਦਲਦੇ ਨੇ, ਕਿਉਂਕਿ ਯਕੀਨ ਇਸ ਲਈ ਹੁੰਦਾ ਹੈ ਕਿਉਂਕਿ ਜਿਹੜੀਆਂ ਈਵੀਐਮ ਮਸ਼ੀਨਾਂ ਨੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਜਿਹੜੀ ਹੈਗੀ ਗਲਤ ਤਰੀਕੇ ਨਾਲ ਉਹਦਾ ਯੂਜ਼ ਕੀਤਾ ਜਾਂਦਾ ਹੈ, ਉਹਨਾਂ ਦੇ ਕੰਟਰੋਲ ਕੀਤਾ ਜਾਂਦਾ ਹੈ। ਔਰ ਇੱਥੋਂ ਤੱਕ ਕਿ ਇਸ ਵਾਰੀ ਤਾਂ ਇਹ ਵੀ ਹੋਇਆ, ਜਿਵੇਂ ਮੈਂ ਕਿਹਾ ਕਿ ਉਹਨਾਂ ਨੇ ਆਪਣੀਆਂ ਕਾਰਾਂ ਦੇ ਵਿੱਚ, ਕੈਂਡੀਡੇਟਸ ਨੇ ਆਪਣੀਆਂ ਕਾਰਾਂ ਦੇ ਵਿੱਚ ਰੱਖ ਕੇ ਜਿਹੜੀਆਂ ਸੀਗੀਆਂ ਇਹ ਮਸ਼ੀਨਾਂ ਨੂੰ ਇੱਧਰ ਉੱਧਰ ਕੀਤਾ ਔਰ ਆਪਣੇ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕੀਤੀ। ਹੁਣ ਉਹ ਕਿੰਨਾ ਕਾਮਯਾਬ ਹੋਏ ਨਹੀਂ ਹੋਏ ਇਹ ਤਾਂ ਹੁਣ ਚੋਣ ਅਧਿਕਾਰੀ ਹੀ ਦੱਸ ਸਕਦੇ ਨੇ, ਪਰ ਇਹਦੇ ਵਿੱਚ ਸ਼ੰਕੇ ਜਿਹੜੇ ਨੇ ਉਹ ਜ਼ਰੂਰ ਪੈਦਾ ਹੁੰਦੇ ਨੇ। ਔਰ ਇਹਦੇ ਨਾਲੋਂ, ਇਹਨਾਂ ਸ਼ੰਕਿਆਂ ਨਾਲੋਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੱਖ-ਵੱਖ ਪਾਰਟੀਆਂ ਦੀ ਇਸ ਵੇਲੇ ਬੁਨਿਆਦੀ ਲੋੜ ਹੈ ਕਿ ਜੇ ਭਾਰਤੀ ਲੋਕਤੰਤਰ ਨੂੰ ਸਹੀ ਤਰੀਕੇ ਨਾਲ ਬਚਾ ਕੇ ਰੱਖਣਾ ਹੈ, ਸਹੀ ਤਰੀਕੇ ਨਾਲ ਜਿਹੜਾ ਸੀਗਾ ਇਹਦੀ ਜਿਹੜੀ ਕਾਰਜਸ਼ੈਲੀ ਹੈ ਉਹ ਹੋਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਏਦਾਂ ਦਾ ਵਿਰੋਧ ਨਾ ਪੈਦਾ ਹੋਵੇ। ਸੋ ਉਹਦੇ ਤੋਂ ਬਚਣ ਦੇ ਲਈ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੱਖ-ਵੱਖ ਪਾਰਟੀਆਂ ਨੂੰ, ਚਾਹੇ ਜਿੱਤਣ ਵਾਲੀਆਂ ਨੇ ਚਾਹੇ ਹਾਰਨ ਵਾਲੀਆਂ, ਮੈਂ ਤਾਂ ਇਹ ਕਹਾਂਗਾ ਕਿ ਜਿਹੜੀਆਂ ਜਿੱਤਣ ਵਾਲੀਆਂ ਪਾਰਟੀਆਂ ਨੇ ਉਹਨਾਂ ਨੂੰ ਵੀ ਇਹ ਆਵਾਜ਼ ਉਠਾਉਣੀ ਚਾਹੀਦੀ ਹੈ। ਅੱਜ ਇਹ ਮਮਤਾ ਜੀ ਮੰਨ ਲਓ ਉੱਥੋਂ ਜਿੱਤੇ ਨੇ, ਉਹਨਾਂ ਦੀ ਪਾਰਟੀ ਜਿੱਤੀ ਹੈ ਔਰ ਉਹਨਾਂ ਨੂੰ ਵੀ ਇਹ ਗੱਲ ਉਠਾਉਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿ ਰਹੇ ਨੇ, ਉਹਨਾਂ ਨੂੰ ਵੀ ਲੱਗ ਰਿਹਾ ਕਿ ਭਵਿੱਖ ਦੇ ਵਿੱਚ ਵੀ ਇਹ ਜਿਹੜੀਆਂ ਨੇ ਗੜਬੜਾਂ ਹੋ ਸਕਦੀਆਂ ਨੇ। ਸੋ ਇਸ ਕਰਕੇ ਇਦਾਂ ਦੀ ਸਮੱਸਿਆ ਨਾ ਆਵੇ, ਉਹਦੇ ਲਈ ਸਾਰੀਆਂ ਪਾਰਟੀਆਂ, ਚਾਹੇ ਜੇਤੂ ਨੇ ਚਾਹੇ ਹਾਰੀਆਂ ਹੋਈਆਂ ਨੇ, ਚਾਹੇ ਉਹ ਘੱਟ ਵੋਟਾਂ ਮਿਲੀਆਂ ਨੇ ਚਾਹੇ ਵੱਧ ਮਿਲੀਆਂ ਨੇ, ਜਿੰਨੀਆਂ ਵੀ ਪਾਰਟੀਆਂ ਇਸ ਲੋਕਤੰਤਰ ਦੇ ਵਿੱਚ ਸ਼ਾਮਲ ਨੇ, ਉਹਨਾਂ ਨੂੰ ਇਕਜੁੱਟਤਾ ਦੇ ਨਾਲ ਜਿਹੜਾ ਸੀਗਾ ਮੈਨੂੰ ਲੱਗਦਾ ਕਿ ਚਾਹੇ ਉਹ ਸੁਪਰੀਮ ਕੋਰਟ ਦੇ ਰਾਹੀਂ ਹੋਣ, ਚਾਹੇ ਵਿਧਾਨ ਸਭਾਵਾਂ ਦੇ ਰਾਹੀਂ ਜਾਂ ਹਾਈ ਕੋਰਟ ਦੇ ਰਾਹੀਂ ਹੋਣ, ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਹੋਣ, ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ, ਮਤਲਬ ਕਹਿਣ ਦਾ ਮਤਲਬ ਇਹੀ ਹੈ ਕਿ ਇੱਕ ਨਵਾਂ ਮਤਾ ਜਿਹੜਾ ਹੈਗਾ ਪਾਸ ਕਰਾਉਣਾ ਚਾਹੀਦਾ ਹੈ। ਈਵੀਐਮ ਦੇ ਨਾਲ, ਚਲੋ ਈਵੀਐਮ ਤੋਂ ਤਾਂ ਖਹਿੜਾ ਜਦੋਂ ਇਹਨਾਂ ਨੇ ਛਡਾਉਣਾ ਆ, ਜਿਹੜਾ ਸਿਆਸੀ ਪੰਡਤ ਲਾ ਲਓ ਕਿ ਸਿਆਸੀ ਗੁਰੂ ਲਾ ਲਓ ਕਿ ਇਹੋ ਜਿਹੇ ਲੋਕ ਜਿਹੜੇ ਸਟ੍ਰੈਟਜੀ ਚੋਣਾਂ ਦੀ ਤਿਆਰ ਕਰਦੇ ਨੇ, ਪ੍ਰਸ਼ਾਂਤ ਕਿਸ਼ੋਰ ਭਾਵੇਂ ਉਹਨਾਂ ਨੇ ਸੰਨਿਆਸ ਲੈ ਲਿਆ, ਪਰ ਪਹਿਲਾਂ ਉਹਨਾਂ ਨੂੰ ਬੀਜੇਪੀ ਨੇ ਵਰਤਿਆ, ਫਿਰ ਆਮ ਆਦਮੀ ਪਾਰਟੀ ਨੇ ਵਰਤਿਆ, ਕਾਂਗਰਸ ਨੇ ਵਰਤਿਆ, ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਨੇ, ਹੁਣ ਮਮਤਾ ਬੈਨਰਜੀ ਨੇ ਵਰਤਿਆ, ਕਾਂਗਰਸ ਫਿਰ ਪੰਜਾਬ 'ਚ ਵਰਤਣ ਜਾ ਰਹੀ ਹੈ। ਮਤਲਬ ਕਿ ਭਾਵੇਂ ਉਹ ਸੰਨਿਆਸ ਲੈ ਚੁੱਕੇ ਨੇ, ਪਰ ਫਿਰ ਅੱਗੋਂ ਕੋਈ ਨਾ ਕੋਈ ਇਹੋ ਜਿਹਾ ਜਿਹੜਾ ਸਟ੍ਰੈਟਜੀ ਲੈ ਕੇ ਆਏਗਾ, ਪਾਰਟੀਆਂ ਨੂੰ ਸਿਰਫ ਇੱਥੋਂ ਤੱਕ ਰਹੇਗਾ ਕਿ ਅਸੀਂ ਅਗਲੀ ਵਾਰ ਕੁਰਸੀ ਤੇ ਫੇਰ ਆਉਣਾ, ਜਿਵੇਂ ਤਿਵੇਂ ਸਾਨੂੰ ਜਿਵੇਂ ਮਰਜ਼ੀ ਕੁਰਸੀ ਤੇ ਲੈ ਆਓ। ਚਾਹੀਦਾ ਤਾਂ ਇਹ ਹੈ ਕਿ ਇਹੋ ਜਿਹਾ ਰੁਝਾਨ ਵੀ ਖਤਮ ਹੋਣਾ ਚਾਹੀਦਾ ਹੈ। ਕਿਸੇ ਇੱਕ ਵਿਅਕਤੀ ਨੂੰ ਲਿਆ ਕੇ ਤੁਸੀਂ ਸੂਬੇ ਦੇ ਖਜ਼ਾਨੇ ਉੱਤੇ ਥੋਪ ਦਿੰਦੇ ਹੋ, ਉਹਨੂੰ ਲਿਆ ਕੇ ਕੈਬਨਿਟ ਦੀ ਵਜ਼ੀਰੀ ਜਿਹੜੀ ਆ ਉਹ ਕੈਬਨਿਟ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ, ਉਹਨੂੰ ਉਹ ਸਹੂਲਤਾਂ ਦਿੱਤੀਆਂ ਜਾਂਦੀਆਂ ਜਿਹੜੀਆਂ ਇੱਕ ਲੋਕਾਂ ਦੇ ਚੁਣੇ ਨੁਮਾਇੰਦੇ ਦੀਆਂ ਹੁੰਦੀਆਂ ਨੇ। ਇਹਨੂੰ ਕਿੱਦਾਂ ਦੇਖਦੇ ਹੋ? ਚੈਲੰਜ ਤਾਂ ਇਹਨੂੰ ਵੀ ਹੋਣਾ ਚਾਹੀਦਾ। ਸੁਖਵਿੰਦਰ ਜੀ, ਇਹ ਕਿਸੇ ਵੀ ਮੁਲਕ ਦੇ ਲਈ, ਮੈਂ ਨਹੀਂ ਕਹਿੰਦਾ ਕਿ ਇਕੱਲੇ ਹਿੰਦੁਸਤਾਨ ਦੇ ਲਈ, ਕਿਸੇ ਵੀ ਮੁਲਕ ਦੇ ਡੈਮੋਕ੍ਰੇਸੀ ਦੇ ਲਈ, ਲੋਕਤੰਤਰ ਦੇ ਲਈ ਇਹ ਸਭ ਤੋਂ ਇੱਕ ਮਾੜੀ ਜਿਹੜੀ ਹਕੀਕਤ ਹੁੰਦੀ ਹੈ। ਔਰ ਜਿਹਦੇ ਵਿੱਚ ਇਦਾਂ ਦੇ ਜਿਹੜੇ ਸਟ੍ਰੈਟਜੀਕਾਰ ਨੇ, ਵਿਉਂਤਕਾਰ ਨੇ, ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਪ੍ਰਸ਼ਾਂਤ ਕਿਸ਼ੋਰ ਵਰਗੇ ਲੋਕ ਨੇ, ਜਿਹੜੇ ਕਿ ਬੈਠੇ ਬਿਠਾਏ ਸਾਰੀਆਂ ਗੱਲਾਂ ਇੱਕ ਏਸੀ ਰੂਮਾਂ ਦੇ ਵਿੱਚ ਬੈਠ ਕੇ, ਕੰਪਿਊਟਰਾਂ ਦੇ ਉੱਤੇ ਬੈਠ ਕੇ ਸਟ੍ਰੈਟਜੀ ਬਣਾਉਂਦੇ ਨੇ ਔਰ ਉਹਦੇ ਲੋਕਾਂ ਨੂੰ ਜਿਹੜੇ ਨੇ ਲਾਰੇ ਲਾਉਂਦੇ ਨੇ। ਔਰ ਆਪਾਂ ਨੂੰ ਪਤਾ ਹੀ ਹੈ ਕਿ ਚਾਹੇ ਉਹ ਜਦੋਂ ਆਪਾਂ 17 ਦੀ ਗੱਲ ਕੀਤੀ ਆ, ਪਹਿਲਾਂ ਵੀ ਕੀਤੀ ਹੈ, 17 ਦੀ ਹਾਲਾਤ ਦੇਖਦੇ ਹਾਂ ਆਪਾਂ ਵਿਧਾਨ ਸਭਾ ਚੋਣਾਂ ਦੇ ਪੰਜਾਬ ਦੇ ਵਿੱਚ, ਤਾਂ ਸਾਰੀ ਸਟ੍ਰੈਟਜੀ ਪ੍ਰਸ਼ਾਂਤ ਕਿਸ਼ੋਰ ਦੇ ਦੁਆਰਾ ਬਣਾਈ ਗਈ। ਹਾਲਾਂਕਿ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਪਤਾ ਸੀਗਾ ਕਿ ਕਾਂਗਰਸ ਉਸ ਵੇਲੇ ਹਾਰ ਰਹੀ ਸੀਗੀ, ਔਰ ਪਰ ਉਹਨਾਂ ਨੇ ਇਹੀ ਸਟ੍ਰੈਟਜੀ ਘੜੀ ਕਿ ਹੁਣ ਹਾਰ ਤਾਂ ਰਿਹਾ, ਕਿ ਇਹਦੇ ਵਿੱਚ ਸਭ ਤੋਂ ਜਿਹੜਾ ਸੀਗਾ ਲੋਕਾਂ ਨੂੰ ਲੁਭਾਉਣ ਦਾ ਤਰੀਕਾ ਉਹਨਾਂ ਨੇ ਲੱਭਿਆ ਕਿ ਤੁਸੀਂ ਕੈਪਟਨ ਸਾਹਿਬ ਨੂੰ ਚਿਹਰਾ ਬਣਾਇਆ ਗਿਆ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਦਮਦਮਾ ਸਾਹਿਬ ਜਾਓ ਔਰ ਉੱਥੇ ਜਾ ਕੇ ਗੁਟਕਾ ਸਾਹਿਬ ਨੂੰ ਹੱਥ 'ਚ ਲੈ ਕੇ ਸਹੁੰ ਖਾਓ ਔਰ ਇਹ ਕਹੋ ਕਿ ਮੈਂ ਨਸ਼ਿਆਂ ਦਾ ਲੱਕ ਤੋੜੂੰਗਾ। ਔਰ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਫਾਰਮ ਭਰਾਏ ਗਏ ਨੌਜਵਾਨਾਂ ਤੋਂ ਕਿ ਤੁਹਾਨੂੰ ਅਸੀਂ ਘਰ ਘਰ ਨੌਕਰੀ ਦੇ ਦਾਂਗੇ, ਔਰ ਇਸ ਤਰ੍ਹਾਂ ਇਹ ਵੀ ਕਹਾਇਆ ਗਿਆ ਉਹਨਾਂ ਤੋਂ ਕਿ ਕਰਜ਼ਾ ਮਾਫ ਕਿਸਾਨਾਂ ਦਾ ਕਰਾ ਦਿਆਂਗੇ। ਔਰ ਇੱਥੋਂ ਤੱਕ ਕਹਾ ਦਿੱਤਾ ਗਿਆ ਕਿ ਜਿਹੜੇ ਬਰਗਾੜੀ ਕਾਂਡ ਦੇ ਵਿੱਚ ਜਿਹੜੇ ਵੱਡੇ ਮਗਰਮੱਛ ਨੇ, ਔਰ ਖਾਸ ਤੌਰ ਤੇ ਉਹਨਾਂ ਨੂੰ ਕੈਪਟਨ ਸਾਹਿਬ ਨੇ ਨਾਂ ਲੈ ਕੇ ਕਿਹਾ
ਕਿ ਬਾਦਲ ਪਰਿਵਾਰ ਜਿਹੜਾ ਹੈਗਾ ਇਹਦੇ ਵਿੱਚ ਦੋਸ਼ੀ ਨਜ਼ਰ ਆ ਰਿਹਾ ਔਰ ਅਸੀਂ ਉਹਨਾਂ ਨੂੰ ਜਿਹੜਾ ਸੀਗਾ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਲੈ ਕੇ ਜਾਵਾਂਗੇ। ਸੋ ਹੋਇਆ ਕੀ, ਆਪਾਂ ਨੂੰ ਪਤਾ ਕਿ ਇਹਦਾ ਨਤੀਜਾ ਪ੍ਰਸ਼ਾਂਤ ਕਿਸ਼ੋਰ ਜੀ ਦਾ ਇੱਥੋਂ ਚਲੇ ਗਏ, ਪਰ ਪੰਜਾਬ ਦੇ ਲੋਕ ਉਹਨਾਂ ਨੂੰ ਲੱਭ ਰਹੇ ਸੀਗੇ, ਭਾਈ ਕਿੰਨਾਂ ਨੇ ਇਹਨਾਂ ਨੂੰ ਜਿਹੜੀਆਂ ਨੌਕਰੀਆਂ ਦੇਣੀਆਂ ਨੇ ਉਹ ਕੌਣ ਦਊਗਾ, ਔਰ ਜਿਹੜੇ ਵੱਡੇ ਵੱਡੇ ਵਾਅਦੇ ਕਰਵਾਤੇ ਪ੍ਰਸ਼ਾਂਤ ਕਿਸ਼ੋਰ ਨੇ ਉਹ ਹੁਣ ਕਿੱਥੇ ਗਏ ਸਾਡੇ ਵਾਅਦੇ। ਸੋ ਇਹ ਮੈਂ ਇਹ ਕਹਿ ਰਿਹਾ ਕਿ ਇਦਾਂ ਦੇ ਇੱਕ ਵਾਰੀ ਤਾਂ ਤੁਸੀਂ ਸਟ੍ਰੈਟਜੀ ਬਣਾ ਕੇ ਇੱਕ ਵਾਰੀ ਤਾਂ ਸਾਰਿਆਂ ਨੂੰ ਜਿਤਾ ਦੋਗੇ, ਪਰ ਇਹ ਜਿਹੜੀ ਕਾਠ ਦੀ ਹਾਂਡੀ ਹੈ ਇਹ ਬਾਰ-ਬਾਰ ਨਹੀਂ ਚੜ੍ਹਦੀ। ਇਸ ਵਾਰੀ ਤੁਸੀਂ ਦੇਖਿਆ ਹੋਏਗਾ ਕਿ ਇਸੇ ਵਾਰੀ ਇਸੇ ਕਰਕੇ ਉਹਨਾਂ ਨੇ ਪਾਸਾ ਵੱਟ ਲਿਆ ਪੰਜਾਬ ਤੋਂ, ਇਸੇ ਲਈ ਉਹਨਾਂ ਨੇ ਕਹਿਤਾ ਕਿ ਹੁਣ ਮੈਂ ਦੁਬਾਰਾ ਕਿਸੇ ਸਟੇਟ ਦੇ ਇੱਕ ਵਾਰੀ ਤਾਂ ਮੈਂ ਕਰਵਾ ਦੂੰਗਾ, ਇਦਾਂ ਦੇ ਵਾਅਦੇ ਲੈ ਕੇ ਆਊਂਗਾ ਔਰ ਮੈਂ ਜੁਮਲੇਬਾਜ਼ੀ ਹੋ ਜੂਗੀ ਇੱਕ ਵਾਰੀ ਤਾਂ। ਪਰ ਇਹ ਜਿਹੜੀ ਜੁਮਲੇਬਾਜ਼ੀ ਹੈ ਬਹੁਤ ਹੀ ਲੰਮਾ ਸਮਾਂ ਨਹੀਂ ਚੱਲਦੀ। ਤੁਸੀਂ ਦੇਖਿਆ ਹੋਏਗਾ ਕਿ ਬੰਗਾਲ ਦੇ ਵਿੱਚ ਜਿਸ ਕਿਸਮ ਦੇ ਨਾਲ ਜੁਮਲੇਬਾਜ਼ੀ ਦੇ ਨਾਲ ਉਹਨਾਂ ਨੇ ਪਹਿਲਾਂ ਚੋਣਾਂ ਜਿੱਤੀਆਂ ਸੀਗੀਆਂ ਪਿਛਲੇ ਵਾਰੀ, ਉਹ ਐਤਕੀ ਉਹਨਾਂ ਦੀ ਜੁਮਲੇਬਾਜ਼ੀ ਨਹੀਂ ਚੱਲੀ, ਬੰਗਾਲੀਆਂ ਨੇ ਉਹਨੂੰ ਰਿਜੈਕਟ ਕਰਤਾ। ਸੋ ਇਸ ਕਰਕੇ ਇੱਕ ਵਾਰੀ ਤਾਂ ਪ੍ਰਸ਼ਾਂਤ ਕਿਸ਼ੋਰ ਵਰਗੇ ਜਿਹੜੇ ਲੋਕ ਨੇ ਸਟ੍ਰੈਟਜੀਕਾਰ ਜਿਹੜੇ ਨੇ ਉਹ ਜਿਤਾ ਸਕਦੇ ਆ, ਪਰ ਉਹ ਵਾਰ-ਵਾਰ ਜਿਹੜੇ ਨੇ ਇਦਾਂ ਦੇ ਨਹੀਂ ਕੰਮ ਕਰ ਸਕਦੇ। ਸੋ ਅਲਟੀਮੇਟਲੀ ਜਿਹੜੇ ਲੀਡਰ ਸਾਹਿਬਾਨ ਨੇ, ਜਿਹੜੀ ਸਾਡੀ ਪੋਲਿਟਿਕਸ ਹੈ, ਉਹਨਾਂ ਨੂੰ ਲੋਕਾਂ ਦੇ ਨਾਲ ਆਉਣਾ ਪੈਣਾ, ਲੋਕਾਂ ਦੇ ਵਿੱਚ ਵਿਚਰਨਾ ਪੈਣਾ ਔਰ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਨੇ, ਮੈਂ ਤਾਂ ਇਹ ਵੀ ਕਹਾਂਗਾ ਕਿ ਇੱਕ ਜਿਹੜਾ ਜਿਵੇਂ ਆਪਾਂ ਈਵੀਐਮ ਦੀ ਗੱਲ ਕਰਦੇ ਹਾਂ ਸੁਖਵਿੰਦਰ ਜੀ, ਇੱਕ ਇਹ ਵੀ ਹੋਣਾ ਚਾਹੀਦਾ ਕਿ ਜਿਹੜਾ ਤੁਹਾਡਾ ਮੈਨੀਫੈਸਟੋ ਹੈ ਉਹਨੂੰ ਵੀ ਕਾਨੂੰਨੀ ਦਾਇਰੇ ਦੇ ਵਿੱਚ ਆਉਣਾ ਚਾਹੀਦਾ। ਇੱਕ ਪ੍ਰੋਗਰਾਮ ਤੁਸੀਂ ਇਹਦੇ ਤੇ ਜ਼ਰੂਰ ਕਰੋ, ਮੈਂ ਤੁਹਾਨੂੰ ਸੁਜੈਸਟ ਕਰਨਾ ਚਾਹੁੰਦਾ, ਬੇਨਤੀ ਕਰਨਾ ਚਾਹੁੰਦਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਪਾਰਟੀਆਂ ਸੱਤਾ 'ਚ ਆਉਂਦੀਆਂ ਨੇ ਔਰ ਜਿਹੜਾ ਵੀ ਉਹਨਾਂ ਦਾ ਮੈਨੀਫੈਸਟੋ ਹੁੰਦਾ, ਜਿਹੜੇ ਵੀ ਲੋਕਾਂ ਨਾਲ ਵਾਅਦੇ ਕਰਦੀਆਂ ਨੇ, ਉਹ ਕਿਉਂ ਨਹੀਂ ਕਾਨੂੰਨੀ ਦਾਇਰੇ 'ਚ ਆਉਂਦਾ, ਉਹ ਇੱਕ ਕਾਨੂੰਨੀ ਡਾਕੂਮੈਂਟ ਕਿਉਂ ਨਹੀਂ ਬਣਦਾ, ਉਹਦੇ ਆਧਾਰ ਦੇ ਉੱਤੇ ਜਿਹੜਾ ਸੀਗਾ ਉਸ ਸਰਕਾਰ ਨੂੰ ਕਿਉਂ ਨਹੀਂ ਲਾਇਆ ਜਾ ਸਕਦਾ, ਕਿਉਂ ਨਹੀਂ ਉਸ ਆਧਾਰ ਦੇ ਉੱਤੇ ਕੋਰਟ ਦੇ ਵਿੱਚ ਜਾਇਆ ਜਾਵੇ, ਸੁਪਰੀਮ ਕੋਰਟ ਤੱਕ ਜਾਇਆ ਜਾਵੇ ਔਰ ਜਿਹੜੇ ਵੀ ਲੋਕ ਉਹਦੇ ਲਈ ਜ਼ਿੰਮੇਵਾਰ ਨੇ, ਜਿਹੜੇ ਵੀ ਵਾਅਦੇ ਉਹਨਾਂ ਨੇ ਕੀਤੇ ਸੀਗੇ ਔਰ ਨਹੀਂ ਪੂਰੇ ਹੋ ਰਹੇ, ਤਾਂ ਇਹਦੇ ਲਈ ਇੱਕ ਕੋਰਟ ਦੇ ਵਿੱਚ ਜਾਣ ਦੀ ਜਿਹੜੀ ਪ੍ਰਾਵਧਾਨ ਹੈ ਉਹ ਜ਼ਰੂਰ ਹੋਣਾ ਚਾਹੀਦਾ। ਸੋ ਇਸ ਕਰਕੇ ਤਾਂ ਹੀ ਜਿਹੜੇ ਪ੍ਰਸ਼ਾਂਤ ਕਿਸ਼ੋਰ ਵਰਗੇ ਲੋਕ ਨੇ, ਜਿਹੜੇ ਝੂਠੇ ਲਾਰੇ ਲੋਕਾਂ ਨੂੰ ਲਵਾਉਂਦੇ ਨੇ ਔਰ ਝੂਠੇ ਲਾਰਿਆਂ ਨਾਲ ਸਰਕਾਰਾਂ ਬਣਾਉਂਦੇ ਨੇ, ਇਹ ਮੈਨੂੰ ਲੱਗਦਾ ਇਹਨਾਂ ਦੇ ਉੱਤੇ ਠੱਲ ਪਾਈ ਜਾ ਸਕਦੀ ਹੈ ਔਰ ਇਸ ਡਾਕੂਮੈਂਟ ਨੂੰ ਜਿਹੜਾ ਮੈਨੀਫੈਸਟੋ ਹੋਏਗਾ, ਇਸ ਨੂੰ ਜਿੰਨੀ ਦੇਰ ਆਪਾਂ ਕਾਨੂੰਨੀ ਦਾਇਰੇ 'ਚ ਨਹੀਂ ਲਿਆਵਾਂਗੇ ਤਾਂ ਇਦਾਂ ਹੀ ਲੋਕ ਜਿਹੜੇ ਨੇ ਆਪਣੀਆਂ ਸ਼ਗੂਫੇ ਛੱਡਦੇ ਰਹਿਣਗੇ, ਛੁਰਲੀਆਂ ਛੱਡਦੇ ਰਹਿਣਗੇ ਔਰ ਵੱਖ-ਵੱਖ ਜਿਹੜੇ ਨੇ ਲੋਕਾਂ ਨੂੰ ਲਾਰੇ ਲਾ ਕੇ ਬੁੱਧੂ ਬਣਾ ਕੇ ਆਪਣੀ ਸੱਤਾ ਹਾਸਲ ਕਰਦੇ ਰਹਿਣਗੇ ਔਰ ਇਹੀ ਮੈਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਡੈਮੋਕ੍ਰੇਸੀ ਦਾ ਇੱਕ ਮਾੜਾ ਪੱਖ ਹੈ। ਇਸੇ ਲਈ ਇਹਦੇ ਕਰਕੇ ਤੁਸੀਂ ਦੇਖੋਗੇ ਕਿ ਇਹਦਾ ਪ੍ਰੈਸ਼ਰ ਹੁੰਦਾ ਹੈ ਔਰ ਪੈਸੇ ਦਾ ਇੰਨਾ ਪ੍ਰੈਸ਼ਰ ਹੁੰਦਾ ਹੈ ਔਰ ਸੱਤਾ ਦਾ ਇੰਨਾ ਪ੍ਰੈਸ਼ਰ ਹੁੰਦਾ ਹੈ ਕਿ ਉਹਦੇ ਕਰਕੇ ਜਿਹੜੀਆਂ ਈਵੀਐਮਸ ਨੇ ਉਹਨਾਂ ਨੂੰ ਜਿਹਦੇ ਕੋਲੇ ਸੱਤਾ ਆਉਂਦੀ ਹੈ ਉਹਨੂੰ ਆਪਣੇ ਮੁਤਾਬਕ ਉਹ ਢਾਲ ਲੈਂਦੀ ਹੈ। ਉਸ ਕਰਕੇ ਲੋਕਾਂ ਦਾ ਜਿਹੜਾ ਸ਼ੱਕ ਹੈ ਉਹ ਵੱਧਦਾ ਜਾਂਦਾ ਹੈ ਔਰ ਜਿੰਨਾ ਇਹਨਾਂ ਦਾ ਲੋਕਾਂ ਦਾ ਸ਼ੱਕ ਵੱਧਦਾ ਜਾਏਗਾ, ਓਨਾ ਹੀ ਜਿਹੜੀ ਇੰਡੀਅਨ ਡੈਮੋਕ੍ਰੇਸੀ ਤੋਂ ਲੋਕਾਂ ਦਾ ਵਿਸ਼ਵਾਸ ਜਿਹੜਾ ਹੈਗਾ ਉਹ ਉੱਠਦਾ ਜਾਏਗਾ ਔਰ ਉਹਦੇ ਵਿੱਚੋਂ ਆਪਾਂ ਨੂੰ ਪਤਾ ਹੀ ਹੈ ਕਿ ਲੋਕਤੰਤਰ ਤੋਂ ਜਾਂ ਲੋਕ ਪੋਲਿਟਿਕਸ ਤੋਂ ਦੂਰ ਹੁੰਦੇ ਜਾਣਗੇ ਤੇ ਅਖੀਰ ਨੂੰ ਜਿਹੜੇ ਇਦਾਂ ਦੀ ਜਿਹੜੀ ਗੁੰਡਾ ਅੰਸਰ ਨੇ ਉਹ ਪੋਲਿਟਿਕਸ ਦੇ ਵਿੱਚ ਵੱਧਦੇ ਜਾਣਗੇ ਔਰ ਮਾਫੀਆ ਦਾ ਰਾਜ ਜਿਹੜਾ ਹੈਗਾ ਉਹ ਵੱਧਦਾ ਜਾਏਗਾ ਔਰ ਪੋਲਿਟਿਕਸ ਦੀ ਜਿਹੜਾ ਭ੍ਰਿਸ਼ਟਾਚਾਰ ਹੈ ਉਹਦੀ ਤਾਦਾਦ ਲਗਾਤਾਰ ਵੱਧਦੀ ਜਾਏਗੀ ਔਰ ਵੱਧ ਵੀ ਰਹੀ। ਆਪਾਂ ਨੇ ਦੇਖਿਆ ਹੈ ਕਿ ਪਿਛਲੇ ਲੰਮੇ ਸਮੇਂ ਤੋਂ, ਕਿਉਂਕਿ ਇਹਨੂੰ ਕੰਟਰੋਲ ਨਹੀਂ ਹੋ ਰਿਹਾ ਔਰ ਇਸੇ ਕਰਕੇ ਜਿਹੜੇ ਗੁੰਡਾ ਜਾਂ ਹੋਰ ਜਿਹੜੇ ਖਤਰਨਾਕ ਅੰਸਰ ਨੇ ਉਹ ਸਿੱਧੇ ਤੌਰ ਤੇ ਇਨਵੋਲਵ ਹੋ ਰਹੇ ਨੇ। ਕਿਸੇ ਵੇਲੇ ਉਹ ਪਿੱਛੇ ਰਹਿ ਕੇ ਕੰਮ ਕਰਦੇ ਸੀਗੇ, ਅੱਜ ਉਹ ਸਿੱਧੇ ਤੌਰ ਤੇ ਦਾਖਲ ਹੋ ਰਹੇ ਨੇ ਔਰ ਉਹਨਾਂ ਦੀ ਬੱਲੇ ਬੱਲੇ ਹੋ ਰਹੀ ਹੈ। ਪੈਸੇ ਦੇ ਸਹਾਰੇ, ਸੱਤਾ ਦੇ ਸਹਾਰੇ, ਹੋਰ ਪਾਵਰ ਦੇ ਤਾਕਤਾਂ ਦੇ ਸਹਾਰੇ ਉਹ ਲਗਾਤਾਰ ਜਿਹੜੀਆਂ ਨੇ ਪੋਲਿਟਿਕਸ 'ਚ ਆ ਕੇ ਆਪਣੀ ਸੱਤਾ ਦੁਬਾਰਾ ਕਾਇਮ ਕਰ ਰਹੇ ਨੇ। ਸੋ ਇਹ ਮੈਨੂੰ ਲੱਗਦਾ ਕਿ ਇੰਡੀਅਨ ਲੋਕਤੰਤਰ ਦੇ ਵਾਸਤੇ, ਭਾਰਤੀ ਲੋਕਤੰਤਰ ਦੇ ਵਾਸਤੇ ਇਹ ਬਹੁਤ ਖਤਰਨਾਕ ਰੁਝਾਨ ਪੈਦਾ ਹੋ ਰਿਹਾ ਹੈ। ਸੁਖਵਿੰਦਰ ਜੀ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਸੋ ਮੇਰੇ ਨਾਲ ਸਿੱਧੇ ਸਵਾਲ ਪ੍ਰੋਗਰਾਮ 'ਚ ਮੌਜੂਦ ਸਨ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਈਵੀਐਮ ਨੂੰ ਲੈ ਕੇ ਤੇ ਜਿਹੜੇ ਪ੍ਰਸ਼ਾਂਤ ਕਿਸ਼ੋਰ ਵਰਗੇ ਆ ਕੇ ਸਟ੍ਰੈਟਜੀ ਬਣਾਉਂਦੇ ਨੇ ਉਹਨਾਂ ਬਾਰੇ ਅਸੀਂ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।